ਜਿਹੜਾ ਵਰਤਾਰਾ ਇਸ ਵੇਲੇ ਚੱਲ ਰਿਹਾ ਹੈਗਾ, ਗਾਹੇ ਬਗਾਹੇ ਟਾਰਗੇਟ ਕਰਨ ਦੀਆਂ ਕੋਸ਼ਿਸ਼ਾਂ ਜਾਂ ਟੀਚਾ ਮਿੱਥ ਕੇ ਕੋਸ਼ਿਸ਼ਾਂ ਹੋ ਰਹੀਆਂ ਨੇ। ਜਿਹੜਾ ਸੁਧੀਰ ਸੂਰੀ ਵਾਲਾ ਮਾਮਲਾ ਸੀਗਾ, ਇਸ ਮਾਮਲੇ ਦੇ ਵਿੱਚ ਵੀ ਉਸ ਤਰੀਕੇ ਨਾਲ ਐਕਸ਼ਨ ਨਹੀਂ ਹੋਇਆ ਸੀ ਉਸ ਵੇਲੇ। ਸੁਧੀਰ ਸੂਰੀ ਕੇਸ ਦੇ ਵਿੱਚ ਜੋ ਉੱਥੇ ਇਨਸੀਡੈਂਟ ਵਾਪਰਿਆ, ਮੌਕੇ ਤੇ ਪੁਲਿਸ ਨੇ ਅਰੈਸਟ ਪਾ ਲਈ, ਉਹ ਚੀਜ਼ ਉੱਥੇ ਸਾਰਿਆਂ ਦੇ ਧਿਆਨ ਦੇ ਵਿੱਚ ਆ ਗਈ ਸੀ। ਬਟ ਇੱਕ ਪਾਸੇ ਤਾਂ ਅਸੀਂ ਦੇਖਦੇ ਕਿ ਇੰਡੀਵਿਜੂਅਲਿਟੀ ਆ, ਦੂਜੇ ਪਾਸੇ ਕ੍ਰਾਈਮ ਅਗੇਂਸਟ ਆ ਪਾਰਟਿਕੂਲਰ ਕਮਿਊਨਿਟੀ ਆ, ਕਿ ਜਦੋਂ ਵੀ ਇੱਕ ਮੈਜੋਰੀਟੇਰੀਅਨ ਸਟੇਟ ਦੇ ਵਿੱਚ ਇੱਕ ਮੈਜੋਰਿਟੀ ਕਮਿਊਨਿਟੀ ਨੂੰ ਗੁੱਸਾ ਆਉਂਦਾ ਤੇ ਉਹ ਦੂਜੀ ਕਮਿਊਨਿਟੀ ਨੂੰ ਇਹ ਥ੍ਰੈਟ ਦੇ ਦਿੰਦੇ ਆ ਕਿ ਜਾਨੋਂ ਹੀ ਖਤਮ ਕਰ ਦੇਣਾ ਸਾਰੀ ਦੀ ਸਾਰੀ ਕਮਿਊਨਿਟੀ। ਆਹ ਚੀਜ਼ਾਂ ਦੇ ਬਾਬਤ ਮੈਂ ਸਾਰੀ ਫੁਟੇਜ ਜਿਹੜੀ ਹੈ ਪੁਲਿਸ ਅਫੀਸ਼ੀਅਲਸ ਨੂੰ ਕੱਢ ਕੇ ਦਿੱਤੀ ਸੀ, ਸੋਸ਼ਲ ਮੀਡੀਆ ਤੇ ਵਾਇਰਲ ਸੀ ਕਾਫੀ ਕੁਝ, ਤੇ ਉਹਦੇ ਉੱਤੇ ਪੁਲਿਸ ਨੇ ਹੁਣ ਐਕਸ਼ਨ ਲਿਆ ਤੇ FIR ਜਿਹੜੀ ਹੈ ਉਹਨਾਂ ਨੌਜਵਾਨਾਂ ਤੇ ਇੱਕ ਦੀ ਅਰੈਸਟ ਪੈ ਚੁੱਕੀ ਹੈ, ਦੂਸਰੇ ਨੂੰ ਪੁਲਿਸ ਲੁੱਕ ਆਊਟ ਕਰ ਰਹੀ ਹੈ। ਉਹ ਨੌਜਵਾਨ ਜਿਹੜੇ ਨੇ ਇਹ ਧਮਕੀ ਦਿੱਤੀ ਸੀ, ਉਹ ਕਹਿੰਦਾ ਮੈਂ ਬਹਿਕਾਵੇ ਦੇ ਵਿੱਚ ਆਣ ਕੇ ਮੈਂ ਮਾਫੀ ਵੀ ਮੰਗਦਾ ਇਸ ਗੱਲ ਦੀ, ਵੀ ਮੇਰੇ ਤੋਂ ਕਿਹਾ ਗਿਆ ਵਾ। ਮਾਫੀ ਮੰਗ ਲਈ ਇਹ ਇਨਫ ਸੀਗਾ ਜਾਂ ਇਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਵੱਡੀ ਕੌਂਸਲ? ਪਹਿਲਾਂ ਸੁਧੀਰ ਸੂਰੀ ਨੇ ਵੀ ਆਹੀ ਕੁਛ ਕੀਤਾ, 2% ਕਹਿਤਾ, ਧੀਆਂ ਭੈਣਾਂ ਨੂੰ ਗਾਲਾਂ ਕੱਢਤੀਆਂ, ਫਿਰ ਮਾਫੀ ਮੰਗ ਲਈ, ਫਿਰ ਉਸੇ ਲਈ ਤੇ ਉਹ ਨੌਜਵਾਨ ਤੋਂ ਕਿ ਇਹ ਚੀਜ਼ਾਂ ਹੋ ਕਿਉਂ ਰਹੀਆਂ, ਲਗਾਤਾਰਤਾ ਦੇ ਵਿੱਚ ਕਿਉਂ ਹੋ ਰਹੀਆਂ? ਬੇਅਦਬੀ ਦੀਆਂ ਘਟਨਾਵਾਂ ਦਰਬਾਰ ਸਾਹਿਬ ਦੇ ਅੰਦਰ ਤੱਕ ਬੇਅਦਬੀ ਹੋਣ ਦੀ ਘਟਨਾ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ 3 ਬਲਾਸਟ ਲਗਾਤਾਰ। ਐਟਮੋਸਫੇਰਿਕ ਪ੍ਰੈਸ਼ਰ ਆਫ ਕਾਮਨ ਪਬਲਿਕ ਇਹ ਰੇਜ਼ ਕੀਤਾ ਜਾਂਦਾ, ਬਿਲਕੁਲ ਇਲੈਕਸ਼ਨਸ ਦੇ ਕੋਲ ਆ ਕੇ ਕੀਤਾ ਜਾਂਦਾ। ਆ ਸਾਰੀਆਂ ਇਨਸੀਡੈਂਟਸ ਤੁਸੀਂ ਦੇਖੋਗੇ ਜੀ, ਇਹ ਇਸ ਵੇਲੇ ਨੇੜੇ ਤੇੜੇ ਹੀ ਹੁੰਦੇ ਆ। ਲੱਗਦਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਨਾਰਮਲਾਈਜ਼ ਕਰਕੇ ਦੇਖਣਾ ਆਪਣੇ ਆਪ ਦੇ ਵਿੱਚ ਪੰਜਾਬ ਵਰਗੇ ਖਿੱਤੇ ਦੇ ਲਈ ਬਹੁਤ ਵੱਡੀ ਚਿੰਤਾ ਦੀ। 2 ਤਰੀਕੇ ਨਾਲ ਟਾਰਗੇਟ ਆ, ਇੱਕ ਤਾਂ ਹਾਰਡ ਟਾਰਗੇਟ ਆ, ਇੱਕ ਸੌਫਟ ਟਾਰਗੇਟਿੰਗ। ਹੁਣ ਹਾਰਡ ਟਾਰਗੇਟਿੰਗ ਹੈ ਜਿਹੜੀ, ਉਹ ਇਦਾਂ ਦੀਆਂ ਬਿਆਨਬਾਜ਼ੀਆਂ ਨੇ ਜਿਨ੍ਹਾਂ ਦੇ ਨਾਲ ਕੌਮ ਦੀ ਕੋਰ ਪਰਖੀ ਜਾਵੇ, ਕਿਸੇ ਵੀ ਇੱਕ ਕਮਿਊਨਿਟੀ ਕੀ ਰੈਜ਼ਿਸਟ ਕਰੂ। ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਪੰਜਾਬ ਬੜਾ ਖੁਸ਼ਹਾਲ ਚੱਲ ਰਿਹਾ, ਅਸੀਂ ਲੋਕਾਂ ਨੂੰ ਤਰੱਕੀ ਦੇ ਰਾਹ ਤੇ ਪਾ ਰਹੇ ਹਾਂ, ਅਸੀਂ ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਇੱਕ ਇੱਕ ਕਰਕੇ ਪੰਜਾਬ ਨੂੰ ਖੁਸ਼ਹਾਲ ਰਾਹਾਂ ਵੱਲ ਲੈ ਕੇ ਜਾ ਰਹੇ ਹਾਂ, ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਬਿਜਲੀ ਸਸਤੀ ਕਰਤੀ ਹੈ, ਪੰਜਾਬ ਖੁਸ਼ਹਾਲ ਰਾਹਾਂ ਵੱਲ ਹੈ। ਸਾਰਿਆਂ ਨੇ ਦੇਖਿਆ ਗੁਰੂ ਘਰਾਂ ਦੇ ਵਿੱਚ ਆਮ ਜਾਣ ਵਾਲੀ ਸੰਗਤ ਦੀ ਕਦੇ ਚੈਕਿੰਗ ਮੈਂ ਤਾਂ ਆਪਦੀ ਹੋਸ਼ 'ਚ ਦੇਖੀ ਨਹੀਂ ਸੀ। ਜਦੋਂ ਅਸੀਂ ਫਰੀडम ਨੂੰ ਡਿਫਾਈਨ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਖੁਸ਼ਹਾਲੀ ਤੋਂ ਪਹਿਲਾਂ ਆਜ਼ਾਦੀ ਆਉਂਦੀ ਹੈ, ਫਰੀडम ਆਉਂਦੀ ਹੈ, ਸਪੀਚ ਐਕਸਪ੍ਰੈਸ਼ਨ ਸਭ ਕੁਝ ਆਉਂਦਾ ਉਹਦੇ ਵਿੱਚ, ਲਿਬਰਟੀ ਆਉਂਦੀ ਹੈ, ਇਕੁਐਲਿਟੀ ਆਉਂਦੀ ਹੈ। ਇਹ ਚੀਜ਼ਾਂ ਤੁਸੀਂ ਮੈਨੂੰ ਦੱਸੋ, ਤੁਸੀਂ ਸਹੀ ਮਹਿਸੂਸ ਕਰ ਰਹੇ ਹੋ? ਪ੍ਰਸ਼ਾਸਨ ਦਾ ਫੇਲੀਅਰ ਹੈ ਇੱਕ ਕਿਸਮ ਦਾ, ਕਿਉਂਕਿ ਤੁਸੀਂ ਪੂਰੇ ਦਾ ਪੂਰਾ ਪੰਜਾਬ ਬੰਦ ਕਰ ਦਿੰਦੇ ਹੋ, ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ, ਤੁਸੀਂ ਐਡਵੋਕੇਟਸ ਤੱਕ ਦੇ ਘਰਾਂ ਦੇ ਵਿੱਚ ਪੁਲਿਸ ਦੇ ਛਾਪੇ ਵਜਵਾਉਂਦੇ ਹੋ, ਜਿਹੜਾ ਕੋਈ ਵੀ ਗੱਲ ਕਰਦਾ ਤੁਸੀਂ ਉਹਨੂੰ ਥ੍ਰੈਟ ਕਰਦੇ ਹੋ। ਜੇ ਇੰਨੀ ਸਟ੍ਰਿਕਟ ਵਿਜੀਲੈਂਸ ਦੇ ਵਿੱਚ ਆ ਕੇ ਕੋਈ ਬੰਬ ਧਮਾਕੇ ਕਰ ਗਿਆ ਤਾਂ ਇਹਦਾ ਮਤਲਬ ਸਿਸਟਮ ਦਾ ਫੇਲੀਅਰ। ਆਮ ਆਦਮੀ ਪਾਰਟੀ ਸਰਕਾਰ ਹੈਗੀ, ਉਹ ਆਪਣੇ ਵੱਲੋਂ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਸੈਂਟਰਲ ਲੈਵਲ ਤੇ ਵੀ ਜਿਹੜੀਆਂ ਸੂਬੇ ਦੀਆਂ ਪਾਵਰਾਂ ਨੇ ਉਹ ਖਿੱਚੀਆਂ ਜਾ ਰਹੀਆਂ ਇਸੇ ਕਰਕੇ ਕਿਤੇ ਨਾ ਕਿਤੇ, ਕਿਉਂਕਿ ਫੰਡ ਲੈਣੇ ਹੁੰਦੇ ਨੇ ਵੱਡੇ ਪੱਧਰ ਤੇ। GST ਦਾ ਅਸੀਂ ਜ਼ਿਕਰ ਕਰ ਲਈਏ, ਉਹ ਵੀ ਪਹਿਲਾਂ ਉਧਰ ਕੱਟ ਕੇ ਹੋ ਕੇ ਉਧਰ ਜਾਂਦਾ, ਉਸ ਤੋਂ ਬਾਅਦ ਕਿਸ਼ਤ ਲੈਣੀ ਹੁੰਦੀ ਹੈ। RDF ਅਸੀਂ ਗੱਲ ਕਰੀਏ, ਰੂਰਲ ਡਿਵੈਲਪਮੈਂਟ ਫੰਡ ਕਰ ਲਈਏ, ਉਹ ਵੀ ਸਰਕਾਰ ਦੇ ਹੱਥਾਂ 'ਚ, ਜਦ ਕਿ ਬਹੁਤ ਸਾਰੀਆਂ ਪਾਵਰਾਂ ਕੇਂਦਰ ਦੇ ਕੋਲ ਚਲ ਗਈਆਂ, ਇਸ ਕਰਕੇ ਸਟੇਟ ਜਿਹੜੀ ਹੈ ਉਹ ਗੋਡਿਆਂ ਤੇ ਆ ਜਾਂਦੀ ਹੈ, ਕੇਂਦਰ ਤੋਂ ਬਹੁਤ ਸਾਰਾ ਕੁਝ ਲੈਣਾ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਸੈਂਟਰ ਦੀ ਜਿਹੜੀ ਵਿਲ ਪਾਵਰ ਆ ਉਹ ਸਾਨੂੰ ਚਾਹੀਦੀ ਹੈ ਹਰ ਥਾਂ ਦੇ ਉੱਤੇ, ਬਟ ਦੂਜੇ ਪਾਸੇ ਸਟੇਟ ਦੇ ਹੱਥ ਦੇ ਵਿੱਚ ਜੋ ਪਾਵਰਸ ਨੇ ਉਹ ਉਹਨਾਂ ਤੋਂ ਵੀ ਮਨੁੱਕਰਤਾ ਨਹੀਂ ਹੋ ਸਕਦੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਤੁਹਾਡੇ ਧਿਆਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋਣਗੀਆਂ ਕਿ ਕਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਜਿਹੜੀਆਂ ਚਿੰਤਾ ਪੈਦਾ ਕਰ ਰਹੀਆਂ ਨੇ ਕਿ ਆਖਰਕਾਰ ਇਹ ਸਭ ਕੁਝ ਹੋ ਕਿਉਂ ਰਿਹਾ। ਜਦੋਂ ਅਸੀਂ ਧਾਰਮਿਕ ਮਸਲਿਆਂ ਦਾ ਜ਼ਿਕਰ ਕਰਦੇ ਹਾਂ, ਵੱਖ ਥਾਵਾਂ 'ਤੇ ਬੇਅਦਬੀ ਦੀਆਂ ਘਟਨਾਵਾਂ ਜਾਂ ਸਿੱਖਾਂ ਪ੍ਰਤੀ ਇੱਕ ਵੱਖਰੇ ਵਤੀਰੇ ਦੀ ਗੱਲ, ਜਾਂ ਅਸੀਂ ਇਹ ਕਹਿ ਲਈਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਧਮਕਾਉਣ ਦੀਆਂ ਚਰਚਾਵਾਂ, ਜਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਇਹ ਵੀ ਹੋਇਆ ਕਿ ਬਹੁਤ ਸਾਰੀਆਂ ਥਾਵਾਂ ਤੇ ਕੁਝ ਨੌਜਵਾਨਾਂ ਨੂੰ ਟਾਰਗੇਟ ਵੀ ਕੀਤਾ ਗਿਆ। ਤਾਂ ਇਹ ਚੀਜ਼ਾਂ ਕੇਸ ਬਿਨਾਂ ਤੇ ਕੀਤੀਆਂ ਜਾ ਰਹੀਆਂ, ਇਹਨਾਂ ਦੇ ਪਿੱਛੇ ਆਧਾਰ ਕੀ ਹੈਗਾ, ਇਹ ਬੜੀ ਚੀਜ਼ ਸਮਝਣ ਵਾਲੀ ਹੈਗੀ। ਪਿਛਲੇ ਦਿਨਾਂ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਕਿ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਬਲਾਸਟ ਹੁੰਦੇ ਨੇ, ਇਸ ਤੋਂ ਇਲਾਵਾ ਅਸੀਂ ਹੁਣ ਵੀ ਪਟਿਆਲਾ ਦੀ ਗੱਲ ਕਰੀਏ ਉੱਥੇ ਵੀ ਇੱਕ ਬੇਅਦਬੀ ਦੀ ਘਟਨਾ ਹੁੰਦੀ ਹੈ। ਤਾਂ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ, ਪਰ ਅਜਿਹੇ ਮਾਹੌਲ ਦੇ ਵਿੱਚ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਗੋਲੀਆਂ ਚੱਲੀਆਂ, ਕੁਝ ਲੋਕਾਂ ਦੀ ਜਾਨ ਗਈ ਤੇ ਉਸ ਤੋਂ ਬਾਅਦ ਵੀ ਥ੍ਰੈਟ ਦਿੱਤੇ ਗਏ ਸੋਸ਼ਲ ਮੀਡੀਆ ਦੇ ਜ਼ਰੀਏ। ਤਾਂ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਆਖਰਕਾਰ ਮਾਹੌਲ ਕਿਹੋ ਜਿਹਾ ਸਿਰਜਿਆ ਜਾ ਰਿਹਾ ਹੈਗਾ ਪੰਜਾਬ ਦੇ ਵਿੱਚ। ਸਾਡੇ ਨਾਲ ਐਡਵੋਕੇਟ
ਗੁਰਮੋਹਨਪ੍ਰੀਤ ਸਿੰਘ ਨੇ। ਇੱਕ ਮਸਲੇ ਦੇ ਨਾਲ ਇਹਨਾਂ ਨੇ ਵੀ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਤਾਰਫ ਕਰਾਇਆ ਸੀਗਾ ਕਿ ਕਿਸ ਤਰੀਕੇ ਨਾਲ ਕੁਝ ਲੋਕਾਂ ਨੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਖਾਸ ਕਰਕੇ ਅਸੀਂ ਦੇਖਦੇ ਹਾਂ ਸੁਧੀਰ ਸੂਰੀ ਵਾਲਾ ਮਾਮਲਾ ਆਉਂਦਾ ਹੈਗਾ, ਉਸ ਮਾਮਲੇ ਦੇ ਵਿੱਚ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕੋਈ ਕਨਫਲਿਕਟ ਦੀ ਥਾਂ ਕੋਈ ਸਾਰਥਕ ਚੀਜ਼ ਹੋਵੇ। ਉਹ ਸਾਰਥਕ ਚੀਜ਼ ਹੋਈ ਜਾਂ ਨਹੀਂ ਹੋਈ ਉਹ ਸਮਝਣ ਵਾਲੀ ਗੱਲ ਹੈਗੀ ਹੈ। ਗੁਰਮੋਹਨ, ਬੜੀ ਅਹਿਮ ਚੀਜ਼ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜਾ ਵਰਤਾਰਾ ਇਸ ਵੇਲੇ ਚੱਲ ਰਿਹਾ ਹੈਗਾ, ਗਾਹੇ ਬਗਾਹੇ ਟਾਰਗੇਟ ਕਰਨ ਦੀਆਂ ਕੋਸ਼ਿਸ਼ਾਂ ਜਾਂ ਟੀਚਾ ਮਿੱਥ ਕੇ ਕੋਸ਼ਿਸ਼ਾਂ ਹੋ ਰਹੀਆਂ ਨੇ। ਜਿਹੜਾ ਇਹ ਸੁਧੀਰ ਸੂਰੀ ਵਾਲਾ ਮਾਮਲਾ ਸੀਗਾ, ਇਸ ਮਾਮਲੇ ਦੇ ਵਿੱਚ ਵੀ ਉਸ ਤਰੀਕੇ ਨਾਲ ਐਕਸ਼ਨ ਨਹੀਂ ਹੋਇਆ ਸੀ ਉਸ ਵੇਲੇ। ਹੁਣ ਤਾਜ਼ਾ ਅਪਡੇਟ ਕੀ ਹੈਗੀ, ਤੁਸੀਂ ਕੀ ਕੋਸ਼ਿਸ਼ ਕੀਤੀ? ਦੇਖੋ, ਇਹ ਅਸੀਂ ਕਲੀਅਰ ਕੱਟ ਗੱਲ ਕਰ ਦਈਏ ਜਿਹੜੀ ਅੱਜ ਦੀ ਸਾਡੀ ਬਰੀਫਿੰਗ ਹੈ। ਸੁਧੀਰ ਸੂਰੀ ਕੇਸ ਦੇ ਵਿੱਚ ਜੋ ਉੱਥੇ ਇਨਸੀਡੈਂਟ ਵਾਪਰਿਆ, ਮੌਕੇ ਤੇ ਪੁਲਿਸ ਨੇ ਅਰੈਸਟ ਪਾ ਲਈ। ਉਹ ਚੀਜ਼ ਉੱਥੇ ਸਾਰਿਆਂ ਦੇ ਧਿਆਨ ਦੇ ਵਿੱਚ ਆ ਗਈ ਸੀ। ਬਟ ਇੱਕ ਪਾਸੇ ਤਾਂ ਅਸੀਂ ਦੇਖਦੇ ਕਿ ਇੰਡੀਵਿਜੂਅਲਿਟੀ ਆ, ਦੂਜੇ ਪਾਸੇ ਕ੍ਰਾਈਮ ਅਗੇਂਸਟ ਆ ਪਾਰਟਿਕੂਲਰ ਕਮਿਊਨਿਟੀ ਆ। ਕਿ ਜਦੋਂ ਵੀ ਇੱਕ ਮੈਜੋਰੀਟੇਰੀਅਨ ਸਟੇਟ ਦੇ ਵਿੱਚ ਇੱਕ ਮੈਜੋਰਿਟੀ ਕਮਿਊਨਿਟੀ ਨੂੰ ਗੁੱਸਾ ਆਉਂਦਾ ਤੇ ਉਹ ਦੂਜੀ ਕਮਿਊਨਿਟੀ ਨੂੰ ਇਹ ਥ੍ਰੈਟ ਦੇ ਦਿੰਦੇ ਆ ਕਿ ਜਾਨੋਂ ਹੀ ਖਤਮ ਕਰ ਦੇਣਾ ਸਾਰੀ ਦੀ ਸਾਰੀ ਕਮਿਊਨਿਟੀ ਨੂੰ। ਇਸ ਨੂੰ ਲਾਅ ਦੀਆਂ ਟਰਮਸ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਆ ਟੈਂਡੈਂਸੀ ਆਫ ਜੀਨੋਸਾਈਡਲ ਇੰਪਲਸ, ਨਸਲਕੁਸ਼ੀ ਦੀ ਭਾਵਨਾ। ਸੋ ਇਸ ਬਾਰੇ ਜਿਹੜਾ ਆ ਮੇਰੀ ਫਾਈਟ ਸੀਗੀ ਕਿ ਉਹ ਕਿਲਿੰਗ ਹੋਈ, ਠੀਕ ਹੈ, ਪੁਲਿਸ ਨੇ ਅਰੈਸਟ ਪਾ ਲਈ। ਉੱਥੋਂ ਕੁਝ ਸਿਰ ਫਿਰੇ ਨੌਜਵਾਨ ਜਿਹੜੇ ਫਿਰਕੂਪ੍ਰਸਤ ਨੇ ਉਹ ਕਹਿ ਰਹੇ ਆ ਕਿ 2% ਨੇ ਸਿਰਫ ਇਹਨਾਂ ਨੂੰ ਘਰਾਂ ਚੋਂ ਕੱਢ ਕੇ ਮਾਰਨਾ, ਇੱਕ ਨਹੀਂ ਰਹਿਣ ਦੇਣਾ। ਤੇ ਮਤਲਬ ਜਦੋਂ ਤੁਹਾਨੂੰ ਕਿਸੇ ਨੂੰ ਵੀ ਗੁੱਸਾ ਆਉਂਦਾ ਤੇ ਤੁਸੀਂ ਗੁੱਸੇ ਦੇ ਵਿੱਚ ਆ ਚੀਜ਼ ਇਮੇਜਿਨ ਵੀ ਕਿਵੇਂ ਕਰ ਸਕਦੇ ਹੋ। ਤੇ ਅਸੀਂ ਆ ਚੀਜ਼ ਬੜੀ ਨਾਰਮਲਾਈਜ਼ ਕਰ ਲਈ ਹੋਈ ਆ। ਹਾਲਾਂਕਿ ਸਾਡੇ ਕੋਲ 84 ਦਾ ਦੁਖਾਂਤ ਪਿਆ, ਉਸ ਤੋਂ ਬਾਅਦ ਅਸੀਂ ਹੁਣ ਵੀ ਜੇ ਇਨਸੀਡੈਂਟਸ ਦੇਖੀਏ। ਸੋ ਇਹਨਾਂ ਕੇਸਿਸ ਆ ਚੀਜ਼ਾਂ ਦੇ ਬਾਬਤ ਮੈਂ ਸਾਰੀ ਫੁਟੇਜ ਜਿਹੜੀ ਹੈ ਪੁਲਿਸ ਆਫੀਸ਼ੀਅਲਸ ਨੂੰ ਕੱਢ ਕੇ ਦਿੱਤੀ ਸੀ। ਸੋਸ਼ਲ ਮੀਡੀਆ ਤੇ ਵਾਇਰਲ ਸੀ ਕਾਫੀ ਕੁਛ, ਤੇ ਉਹਦੇ ਉੱਤੇ ਪੁਲਿਸ ਨੇ ਹੁਣ ਐਕਸ਼ਨ ਲਿਆ ਤੇ FIR ਜਿਹੜੀ ਹੈ ਉਹਨਾਂ ਨੌਜਵਾਨਾਂ ਤੇ ਇੱਕ ਦੀ ਅਰੈਸਟ ਪੈ ਚੁੱਕੀ ਹੈ, ਦੂਸਰੇ ਨੂੰ ਪੁਲਿਸ ਲੁੱਕ ਆਊਟ ਕਰ ਰਹੀ ਹੈ। ਉਹਨਾਂ ਦੇ ਉੱਤੇ FIR ਜਿਹੜੀ ਹੈ ਦਰਜ ਹੋ ਚੁੱਕੀ ਹੈ ਬਾਈ ਨੇਮ, ਜਾਣੀ ਕਿ ਹੁਣ ਉਹ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਉਹਨਾਂ ਦੇ ਖਿਲਾਫ ਐਕਸ਼ਨ ਹੋਊਗਾ। ਪਰ ਇਹਦੇ ਵਿੱਚ ਇੱਕ ਚੀਜ਼ ਇਹ ਵੀ ਮੌਕੇ ਤੇ ਸਮਝਣ ਵਾਲੀ ਆਈ ਸੀ ਕਿ ਉਹ ਨੌਜਵਾਨ ਜਿਹੜੇ ਨੇ ਇਹ ਧਮਕੀ ਦਿੱਤੀ ਸੀ, ਉਹ ਕਹਿੰਦਾ ਮੈਂ ਬਹਿਕਾਵੇ ਦੇ ਵਿੱਚ ਆਣ ਕੇ ਮੈਂ ਮਾਫੀ ਵੀ ਮੰਗਦਾ ਇਸ ਗੱਲ ਦੀ ਵੀ ਮੇਰੇ ਤੋਂ ਕਿਹਾ ਗਿਆ ਵਾ। ਮਾਫੀ ਮੰਗ ਲਈ ਇਹ ਇਨਫ ਸੀਗਾ ਜਾਂ ਇਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਵੱਡੀ ਕੌਨਸਪੀਰੇਸੀ? ਤੁਸੀਂ ਦੇਖੋ, ਪਹਿਲਾਂ ਸੁਧੀਰ ਸੂਰੀ ਨੇ ਵੀ ਆਹੀ ਕੁਛ ਕੀਤਾ, 2% ਕਹਿਤਾ, ਧੀਆਂ ਭੈਣਾਂ ਨੂੰ ਗਾਲਾਂ ਕੱਢਤੀਆਂ, ਫਿਰ ਮਾਫੀ ਮੰਗ ਲਈ, ਫਿਰ ਉਸੇ ਲਈ ਤੇ ਉਹ ਨੌਜਵਾਨ ਤੁਰ ਰਿਹਾ ਸੀ। ਸਗੋਂ ਜੇ ਉਸ ਵੇਲੇ ਜਸਟਿਸ ਡਿਲੀਵਰ ਹੋਇਆ ਹੁੰਦਾ, ਇੱਕ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਦੂਜੀ ਸ਼੍ਰੇਣੀ ਦਾ ਨਾਗਰਿਕ ਹਰ ਵਾਰੀ ਮਹਿਸੂਸ ਕਰਾਇਆ ਜਾਂਦਾ। ਤੁਸੀਂ ਦੇਖ ਸਕਦੇ ਹੋ ਗੁਰੂ ਘਰਾਂ ਦੇ ਵਿੱਚ ਆਮ ਜਾਣ ਵਾਲੀ ਸੰਗਤ ਦੀ ਤਲਾਸ਼ੀ ਲਈ ਗਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ, ਜੇ ਅਸੀਂ ਸਟ੍ਰਿਕਟਨੈਸ ਦੇਖਦੇ ਹਾਂ। ਤੇ ਦੂਜੇ ਪਾਸੇ ਆ ਤਾਂ ਸ਼ਰੇਆਮ ਧਮਕੀਆਂ ਨੇ। ਮਤਲਬ ਤੁਸੀਂ ਕਿਸੇ ਨੂੰ ਜੇ ਗੁੱਸਾ ਆਉਂਦਾ, ਗੱਲ ਇੱਥੇ ਇਕੱਲੀ ਮੈਂਟਲ ਇਨਸਟੈਬਿਲਿਟੀ ਦੀ ਨਹੀਂ ਹੈ, ਗੱਲ ਉਹ ਟੈਂਡੈਂਸੀ ਦੀ ਆ ਅੰਦਰਲੀ। ਕਿਸੇ ਨੂੰ ਵੀ ਗੁੱਸਾ ਆਉਂਦਾ, ਮੈਨੂੰ ਗੁੱਸਾ ਆਵੇ, ਮੈਂ ਤਾਂ ਨਹੀਂ ਕਦੇ ਸੋਚ ਸਕਦਾ ਕਿ ਕਿਸੇ ਪਾਰਟਿਕੂਲਰ ਕਮਿਊਨਿਟੀ ਨੂੰ ਮੈਂ ਨਸਲ ਤੋਂ ਹੀ ਖਤਮ ਕਰ ਦੂੰਗਾ। ਉਸ ਚੀਜ਼ ਦੇ ਉੱਤੇ ਮਤਲਬ ਦੁਖਾਂਤ ਆ ਜਿਹੜਾ। ਇੱਕ ਬੜੀ ਅਹਿਮ ਚੀਜ਼ ਆ ਸੋਚਣ ਵਾਲੀ, ਜਿੱਦਾਂ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੀ ਜਿਹੜੀ ਸੰਗਤ ਹੈ, ਸੰਗਤ ਰੂਪ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾਂਦੀ ਹੈ, ਉਹਨਾਂ ਦੀ ਵੀ ਤਲਾਸ਼ੀ ਲਈ ਇਦਾਂ ਦੇ ਹਾਲਾਤ ਪੈਦਾ ਹੋ ਗਏ। ਤੁਸੀਂ ਕਿਉਂਕਿ ਵਕੀਲ ਹੋ, ਵਕੀਲ ਦੇ ਨਾਤੇ ਤੁਸੀਂ ਇੱਕ ਵੱਖਰੇ ਅੰਦਾਜ਼ੇ ਦੇ ਨਾਲ ਜਾਂ ਵੱਖਰੇ ਨਜ਼ਰੀਏ ਦੇ ਨਾਲ ਸਮਾਜ ਨੂੰ ਦੇਖਣਾ ਹੁੰਦਾ। ਇੱਕ ਤਾਂ ਚਲੋ ਲੋਕਾਂ ਦੇ ਵਿੱਚ ਵਿਚਰਦੇ ਹੋਏ ਉਸ ਤਰੀਕੇ ਨਾਲ ਆਪਾਂ ਦੇਖਦੇ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਦੇਖਣਾ ਹੁੰਦਾ ਕਿ ਇਹ ਚੀਜ਼ਾਂ ਹੋ ਕਿਉਂ ਰਹੀਆਂ, ਲਗਾਤਾਰਤਾ ਦੇ ਵਿੱਚ ਕਿਉਂ ਹੋ ਰਹੀਆਂ। ਬੇਅਦਬੀ ਦੀਆਂ ਘਟਨਾਵਾਂ ਦਰਬਾਰ ਸਾਹਿਬ ਦੇ ਅੰਦਰ ਤੱਕ ਬੇਅਦਬੀ ਹੋਣ ਦੀ ਘਟਨਾ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ 3 ਬਲਾਸਟ ਲਗਾਤਾਰ। ਜਿਸ ਵੇਲੇ ਪੁਲਿਸ ਵਿਜੀਲ ਆਪਰੇਸ਼ਨ ਚਲਾ ਰਹੀ ਹੋਵੇ, ਸਰਚਾਂ ਕਰ ਰਹੀ ਹੋਵੇ ਕਿ ਨਸ਼ਾ ਕਿੱਥੇ ਆ ਜਾਂ ਕਿਹੜੇ ਲੋਕ ਜਿਹੜੇ ਨੇ ਸ਼ੱਕੀ ਨੇ, ਉਸ ਮਾਹੌਲ ਦੇ ਵਿੱਚ 3 ਬਲਾਸਟ ਹੋ ਜਾਂਦੇ ਨੇ ਐਨ ਇਲੈਕਸ਼ਨਾਂ ਤੋਂ ਪਹਿਲਾਂ। ਇਹ ਲੱਗਦਾ ਕਿ ਪੰਜਾਬ ਦੇ ਮਾਹੌਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਕਿ ਕੁਝ ਚੀਜ਼ਾਂ ਦੇ ਵਿੱਚ ਮਤਲਬ ਜੇ ਅਸੀਂ ਇਹਨੂੰ ਕਹੀਏ ਕਿ ਐਟਮੋਸਫੇਰਿਕ ਪ੍ਰੈਸ਼ਰ ਆਫ ਕਾਮਨ ਪਬਲਿਕ ਇਹ ਰੇਜ਼ ਕੀਤਾ ਜਾਂਦਾ, ਬਿਲਕੁਲ ਇਲੈਕਸ਼ਨਸ ਦੇ ਕੋਲ ਆ ਕੇ ਕੀਤਾ ਜਾਂਦਾ। ਆ ਸਾਰੀਆਂ ਇਨਸੀਡੈਂਟਸ ਤੁਸੀਂ ਦੇਖੋਗੇ ਜੇ ਇਹ ਇਸ ਵੇਲੇ ਨੇੜੇ ਤੇੜੇ ਹੀ ਹੁੰਦੀਆਂ। ਤੁਸੀਂ ਜੇ ਇਸ ਵੇਲੇ ਰਿਪੋਰਟਸ ਪੜ੍ਹ ਕੇ ਦੇਖੋ ਲੇਟੈਸਟ, ਠੀਕ ਹੈ, ਉਹਦੇ ਵਿੱਚ ਤੁਸੀਂ ਦੇਖੋਗੇ ਬੇਅਦਬੀ ਦੀਆਂ ਘਟਨਾਵਾਂ 2015 ਦੇ ਵੇਲੇ ਬਹੁਤ ਹੀ ਇੱਕ ਮੰਦਭਾਗੀ ਚੀਜ਼ ਹੁੰਦੀ ਸੀ, ਉਹ 2018 ਤੱਕ ਆਉਂਦਿਆਂ ਨਾਰਮਲਾਈਜ਼ ਹੋ ਗਈ ਚੀਜ਼। ਮਤਲਬ ਗੁਰੂ ਘਰ ਦੇ ਵਿੱਚ ਜਾਣਾ, ਮਹਾਰਾਜ ਦੇ ਅੰਗ ਪਾੜਨੇ, ਮਤਲਬ ਇਕੱਲਾ ਇਹ ਤੁਸੀਂ ਇੱਕ ਕਮਿਊਨਿਟੀ ਤੱਕ ਸੀਮਤ ਨਾ ਰੱਖੋ, ਹਰ ਪਾਸੇ ਇਹ ਕੁਛ ਹੋ ਰਿਹਾ। ਤੇ ਓਬਵੀਅਸ ਆ ਕਿ
ਕਿਤੇ ਨਾ ਕਿਤੇ ਜਿਹੜਾ ਪੋਲੀਟੀਕਲ ਨੈਰੇਟਿਵ ਇੱਕ ਬਿਲਡ ਅਪ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿਵੇਂ ਜ਼ਿਕਰ ਕੀਤਾ ਬੇਅਦਬੀ ਬੜੀ ਆਮ ਜੀ ਗੱਲ ਬਣਾ ਲਈ। ਬੜੀ ਚਿੰਤਾ ਦੀ ਗੱਲ ਹੈ ਕਿ ਪਹਿਲਾਂ ਜਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ 'ਚ ਖਾਸ ਕਰਕੇ ਸ਼ੁਰੂ ਹੋਈਆਂ ਸੀ ਤਾਂ ਵੱਡੀ ਫੋਟੋ ਲੱਗਦੀ ਹੁੰਦੀ ਸੀ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ, ਖਾਸ ਕਰਕੇ ਪੰਜਾਬ ਦੇ। ਬਾਅਦ 'ਚੋਂ ਹੌਲੀ ਹੌਲੀ ਪਹਿਲੇ ਪੇਜ ਤੋਂ ਦੂਜੇ ਤੋਂ ਤੀਜੇ ਤੋਂ ਚੌਥੇ ਪੰਜਵੇਂ 'ਤੇ ਜਾ ਕੇ ਛੋਟੀ ਜਿਹੀ ਟਿੱਕੀ ਲੱਗਦੀ ਹੈ, ਜਾਣੀ ਕਿ ਨਾਰਮਲਾਈਜ਼ ਕਰ ਲਿਆ। ਲੱਗਦਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਨਾਰਮਲਾਈਜ਼ ਕਰਕੇ ਦੇਖਣਾ ਆਪਣੇ ਆਪ ਦੇ ਵਿੱਚ ਪੰਜਾਬ ਵਰਗੇ ਖਿੱਤੇ ਦੇ ਲਈ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਤੁਸੀਂ ਦੇਖੋ ਕਿ ਇੰਡੀਆ ਦੀ ਜੇ ਅਸੀਂ ਗੱਲ ਕਰੀਏ, ਜਦੋਂ ਕਨਸਟੀਟਿਊਸ਼ਨ ਬਣਿਆ ਤੇ ਜਿਸ ਕਿਸਮ ਦੇ ਨਾਲ ਅਸੀਂ ਇੱਥੇ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ, ਇਹ ਨੈਗੇਟਿਵ ਸੈਕੂਲਰਿਜ਼ਮ ਨਹੀਂ ਆ, ਇਹਨੂੰ ਪੋਜ਼ਿਟਿਵ ਸੈਕੂਲਰਿਜ਼ਮ ਡਿਫਾਈਨ ਕੀਤਾ ਕਿ ਰਿਲੀਜਨ ਦੀ ਆਪਣੀ ਇੱਕ ਸਫੇਅਰ ਆ। ਸੈਪਰੇਟ ਆਰਟੀਕਲਸ ਨੇ ਜਿਹੜੇ ਪਾਰਟ 3 ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਆ, ਬੁਨਿਆਦੀ ਹੱਕ ਨੇ, ਫੰਡਾਮੈਂਟਲ ਰਾਈਟ ਨੇ, ਉਹਨਾਂ 'ਚ ਰਾਈਟ ਟੂ ਰਿਲੀਜਨ ਆ, ਸਾਰਾ ਕੁਛ ਆ। ਬਟ ਉਹ ਕੁਛ ਗੱਲਾਂ ਸਿਰਫ ਕਿਤਾਬੀਆਂ ਹੀ ਰਹਿ ਗਈਆਂ ਨੇ ਜੇ ਆਪਾਂ ਗੌਰ ਕਰੀਏ ਉਹਨਾਂ ਚੀਜ਼ਾਂ 'ਤੇ, ਕਿਉਂਕਿ ਅਸਲ ਰਿਐਲਿਟੀ ਦਾ ਕੁਛ ਹੋਰ ਹੈ ਨਾ। ਇਸ ਵੇਲੇ ਇੱਕ ਪ੍ਰੈਫਰੈਂਸ਼ੀਅਲ ਟਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਮਿਲ ਰਹੀ ਆ, ਤੇ ਦੂਜੇ ਪਾਸੇ ਮੈਟੀਕੂਲਸਲੀ ਕੁਛ ਕਮਿਊਨਿਟੀਜ਼ ਨੂੰ ਪਰਸੀਕਿਊਟ ਕੀਤਾ ਜਾ ਰਿਹਾ। ਮੈਂ ਤੁਹਾਨੂੰ ਇੱਥੇ ਦੀ ਨਹੀਂ, ਤੁਹਾਨੂੰ ਮੈਂ ਬਾਹਰ ਦੀ ਐਗਜ਼ਾਮਪਲ ਦੇਣਾ ਕਿ ਜਿਹੜੀ ਟੈਂਡੈਂਸੀ ਦੇ ਉੱਤੇ, ਜਿਹਦੇ ਉੱਤੇ ਮੈਂ ਕੰਟੀਨਿਊਸਲੀ ਗੱਲ ਕਰ ਰਿਹਾ ਕਿ ਹੁਣ ਤੁਸੀਂ ਸ਼੍ਰੀਲੰਕਾ ਦੇਖੋ, ਤਾਮਿਲਸ ਦਾ ਇੱਕ ਕੋਰਸ ਚੱਲ ਰਿਹਾ ਉੱਥੇ ਦੋ ਤਰ੍ਹਾਂ ਦੀਆਂ ਕਮਿਊਨਿਟੀਜ਼ ਨੇ, ਸਿੰਹਾਲੀਜ਼ ਨੇ, ਤਾਮਿਲਸ ਨੇ। ਤਾਮਿਲਸ ਨੂੰ ਸਪੈਸ਼ਲੀ ਪਰਸੀਕਿਊਟ ਕੀਤਾ ਗਿਆ। ਫਿਰ ਤੁਸੀਂ ਦੇਖੋ ਕਿ ਰਵਾਂਡਾ ਦੇ ਵਿੱਚ ਜੀਨੋਸਾਈਡਸ ਹੋਏ। ਇੱਕ ਕਮਿਊਨਿਟੀ ਸੀ ਤੂਤੂ ਟਰਾਈਬਸ, ਇੱਕ ਹੁਤਸੀ ਸੀ, ਉਹਨਾਂ ਨੇ ਵੀ ਇੱਕ ਕਮਿਊਨਿਟੀ ਨੂੰ ਪਾਰਟਿਕੂਲਰਲੀ ਟਾਰਗੇਟ ਕੀਤਾ। ਦੋ ਤਰੀਕੇ ਨਾਲ ਟਾਰਗੇਟ ਆ, ਇੱਕ ਤਾਂ ਹਾਰਡ ਟਾਰਗੇਟ ਆ, ਇੱਕ ਸੌਫਟ ਟਾਰਗੇਟਿੰਗ ਆ। ਹੁਣ ਹਾਰਡ ਟਾਰਗੇਟਿੰਗ ਹੈ ਜਿਹੜੀ, ਉਹ ਇੱਦਾਂ ਦੀਆਂ ਬਿਆਨਬਾਜ਼ੀਆਂ ਨੇ ਜਿਨ੍ਹਾਂ ਦੇ ਨਾਲ ਕੌਮ ਦੀ ਕੋਰ ਪਰਖੀ ਜਾਵੇ ਕਿਸੇ ਵੀ ਇੱਕ ਕਮਿਊਨਿਟੀ ਕੀ ਰਜਿਸਟ ਕਰੂਗੀ। ਰਾਦਰ ਦੈਨ ਹੋਣਾ ਤਾਂ ਇਹ ਚਾਹੀਦਾ ਇਸ ਵੇਲੇ, ਜੇ ਤੁਸੀਂ ਇਸ ਚੀਜ਼ ਨੂੰ ਲੈ ਕੇ ਦੇਖੋ, ਇੰਡੀਆ ਦੀ ਜਿਹੜੀ ਫੈਬਰਿਕ ਹੈ ਉਹ ਮਲਟੀ ਲਿੰਗੁਇਸਟ, ਮਲਟੀ ਕਲਚਰਲ ਆ। ਆਪਾਂ ਕਹਿੰਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ, ਉਹਦੇ ਵਿੱਚ ਕਿੰਨੇ ਕਲਰਸ ਹੈ, ਕਿੰਨੀਆਂ ਡਾਇਮੈਂਸ਼ਨਸ ਨੇ। ਇਹ ਜਿਹੜਾ ਯੂਥ ਉੱਥੇ ਕੰਟਰੀਬਿਊਟ ਕਰ ਸਕਦਾ, ਇਹ ਯੂਥ ਠੱਗਿਆ ਹੋਇਆ ਮਹਿਸੂਸ ਕਰਦਾ, ਕਿਉਂਕਿ ਤੁਸੀਂ ਦੇਖੋਗੇ ਕਿ ਨਾਰਮਲੀ ਸਾਈਕੋਲੋਜੀ ਵਰਕ ਕਰਦੀ ਹੈ, ਫਿਜ਼ੀਕਲ ਨੀਡਸ ਆਉਂਦੀਆਂ, ਸਟੀਮ ਨੀਡਸ ਆਉਂਦੀਆਂ, ਐਂਡ 'ਤੇ ਜਾ ਕੇ ਆਉਂਦੀ ਹੈ ਸੈਲਫ ਐਕਚੁਅਲਾਈਜੇਸ਼ਨ। ਤੇ ਪੰਜਾਬ ਦਾ ਜਿਹੜਾ ਨੌਜਵਾਨ ਹੈ, ਜਜ਼ਬਾਤੀ ਹੈ, ਇਹ ਸੈਲਫ ਐਕਚੁਅਲਾਈਜੇਸ਼ਨ 'ਤੇ ਪਹਿਲਾਂ ਹੀ ਪਹੁੰਚ ਜਾਂਦਾ, ਅਤੇ ਇਹਦੇ ਲਈ ਰਿਸਪੈਕਟ ਤੋਂ ਉੱਤੇ ਨਹੀਂ ਹੈਗਾ ਕੁਛ। ਹੁਣ ਜਦੋਂ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋ ਰਹੀਆਂ, ਇੱਕੋ ਥਾਂ 'ਤੇ ਤੁਸੀਂ ਬਾਰ-ਬਾਰ ਦੇਖੋਗੇ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਉਹੀ ਕ੍ਰਾਈਮ ਪਰਫੋਰਮ ਕੀਤਾ ਜਾ ਰਿਹਾ। ਠੇਸ ਕਿੱਥੇ ਪਹੁੰਚਦੀ ਆ? ਆ ਜਿਹੜੀ ਸਿਰ 'ਤੇ ਪੱਗ ਵੱਜੀ ਆ, ਠੇਸ ਇੱਥੇ ਆਉਂਦੀ ਆ। ਅਤੇ ਇਹ ਸੈਂਟੀਮੈਂਟੈਲਿਟੀ ਨੂੰ ਕਿੱਥੇ ਵਰਕ ਕਰਨਾ, ਇਹ ਕਿਤੇ ਇਹਨਾਂ 'ਤੇ ਬੂਮਰੈਂਗ ਹੋ ਕੇ ਨਾ ਆ ਜੇ, ਇਹ ਵੀ ਹੋ ਸਕਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਬਹੁਤ ਗੰਭੀਰ ਮੁੱਦੇ ਨੇ। ਬਾਕੀ ਤੁਸੀਂ ਪਿਛਲਾ ਦੌਰ ਦੇਖਿਆ, ਪ੍ਰੈਸ ਦੇ ਉੱਤੇ ਦੇਖਿਆ ਕਿਹੋ ਜਿਹੀਆਂ ਰਿਸਟ੍ਰਿਕਸ਼ਨਸ ਲੱਗ ਗਈਆਂ, ਕੀ ਕੁਛ ਹੋਇਆ। ਤੁਹਾਨੂੰ ਇੱਦਾਂ ਲੱਗ ਰਿਹਾ ਕਿ ਖਾਸ ਕਰਕੇ ਇੱਕ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਪੰਜਾਬ ਬੜਾ ਖੁਸ਼ਹਾਲ ਚੱਲ ਰਿਹਾ, ਅਸੀਂ ਲੋਕਾਂ ਨੂੰ ਤਰੱਕੀ ਦੇ ਰਾਹ 'ਤੇ ਪਾ ਰਹੇ ਹਾਂ, ਅਸੀਂ ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਇੱਕ ਇੱਕ ਕਰਕੇ ਪੰਜਾਬ ਨੂੰ ਖੁਸ਼ਹਾਲ ਰਾਹਾਂ ਵੱਲ ਲੈ ਕੇ ਜਾ ਰਹੇ ਹਾਂ, ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਬਿਜਲੀ ਸਸਤੀ ਕਰਤੀ ਹੈ, ਪੰਜਾਬ ਖੁਸ਼ਹਾਲ ਰਾਹਾਂ ਵੱਲ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਸ਼ਹਾਲ ਹੋਊਗਾ। ਤੁਸੀਂ ਕਹਿੰਦੇ ਕਿ ਟਾਰਗੇਟ ਹੋ ਰਿਹਾ ਪੰਜਾਬ ਨਸ਼ਾ, ਤੁਹਾਡੇ ਹਿਸਾਬ ਨਾਲ ਇੱਕ ਕਮਿਊਨਿਟੀ 'ਤੇ ਖਾਸ ਕਰਕੇ ਟਾਰਗੇਟ ਹੋ ਰਿਹਾ। ਦਸਤਾਰ ਤਾਂ ਉਹਨਾਂ ਨੇ ਵੀ ਸਿਰ 'ਤੇ ਰੱਖੀ ਹੋਈ ਹੈ, ਦਸਤਾਰ ਤੁਸੀਂ ਵੀ ਬੰਨੀ ਹੋਈ ਹੈ, ਇਹ ਫ਼ਰਕ ਕਿੱਥੇ ਹੈਗਾ? ਤੁਹਾਨੂੰ ਨਜ਼ਰ ਕਿਉਂ ਆ ਰਿਹਾ ਵੀ ਇੱਦਾਂ ਦੇ ਹਾਲਾਤ ਕਿਉਂ ਲੱਗਦੇ ਨੇ ਤੁਹਾਨੂੰ? ਤੁਸੀਂ ਦੇਖੋ, ਸਾਰਿਆਂ ਨੇ ਦੇਖਿਆ ਗੁਰੂ ਘਰਾਂ ਦੇ ਵਿੱਚ ਆਮ ਜਾਣ ਵਾਲੀ ਸੰਗਤ ਦੀ ਕਦੇ ਚੈਕਿੰਗ ਮੈਂ ਤਾਂ ਆਪਦੀ ਹੋਸ਼ 'ਚ ਦੇਖੀ ਨਹੀਂ ਸੀ। ਇੱਕ ਪਾਸਿਓਂ ਤਾਂ ਅਸੀਂ ਕਹਿੰਦੇ ਹਾਂ, ਜਦੋਂ ਅਸੀਂ ਫਰੀਡਮ ਨੂੰ ਡਿਫਾਈਨ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਖੁਸ਼ਹਾਲੀ ਤੋਂ ਪਹਿਲਾਂ ਆਜ਼ਾਦੀ ਆਉਂਦੀ ਆ, ਫਰੀਡਮ ਆਉਂਦੀ ਆ, ਸਪੀਚ, ਐਕਸਪ੍ਰੈਸ਼ਨ ਸਭ ਕੁਛ ਆਉਂਦਾ ਉਹਦੇ ਵਿੱਚ, ਲਿਬਰਟੀ ਆਉਂਦੀ ਆ, ਇਕੁਐਲਿਟੀ ਆਉਂਦੀ ਆ। ਇਹ ਚੀਜ਼ਾਂ ਤੁਸੀਂ ਮੈਨੂੰ ਦੱਸੋ, ਤੁਸੀਂ ਸਹੀ ਮਹਿਸੂਸ ਕਰ ਰਹੇ ਹੋ? 10ਵੀਂ 12ਵੀਂ ਦੇ ਜਿਹੜੇ ਬੱਚੇ ਨੇ, ਤੁਸੀਂ ਕਿਸੇ ਇੱਕ ਪਾਰਟੀਕੂਲਰ ਆਈਡੀਓਲੋਜੀ ਦੇ ਬੰਦੇ ਦੇ ਨਾਲ ਮਹਿਜ਼ ਉਹਨਾਂ ਦੀ ਫੋਟੋ, ਸਿਰਫ ਇੱਕ ਫੋਟੋ ਦੇ ਬਿਹਾਫ 'ਤੇ ਤੁਸੀਂ ਉਹਨਾਂ ਨੂੰ ਕਿਵੇਂ ਗ੍ਰਿਲ ਕਰ ਸਕਦੇ ਹੋ? ਉਹਨਾਂ ਨੇ ਬੋਰਡ ਦੇ ਪੇਪਰ ਦੇਣੇ ਆ, ਉਹ ਭਵਿੱਖ ਨੇ ਪੰਜਾਬ ਦਾ। ਬਹੁਤ ਗੱਲਾਂ ਨੇ। ਇਸ ਵੇਲੇ ਮੀਡੀਆ ਚੁੱਪ ਹੋ ਗਿਆ, ਕਹਿਣ ਵਾਲੇ ਚੁੱਪ ਹੋ ਗਏ ਨੇ, ਬਟ ਰਿਐਲਿਟੀ ਕੀ ਆ? ਰਿਐਲਿਟੀ ਇਹ ਕਿ ਪੰਜਾਬ ਦਾ ਜਿਹੜਾ ਯੂਥ ਆ, ਇਹ ਭੋਲਾ ਆ, ਇਹ ਗੱਲਾਂ 'ਚ ਆ ਜਾਂਦਾ। ਇਹਨੇ ਯਕੀਨ ਕੀਤਾ, ਦੋ ਪਾਰਟੀਜ਼ ਤੋਂ ਪਰਾਂ ਉੱਠ ਕੇ ਇੱਕ ਤੀਜੀ ਪਾਰਟੀ, ਗੱਲ ਇੱਥੇ ਪਾਰਟੀ ਦੀ ਤਾਂ ਹੈ ਹੀ ਨਹੀਂ ਆ, ਗੱਲ ਇੱਥੇ ਇਨਫਰਾਸਟਰਕਚਰ ਦੀ ਆ, ਇਕਨੋਮਿਕਲ ਬੇਸ ਦੀ ਆ।
ਇਹ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਤੁਸੀਂ ਦੇਖੋ ਅੰਮ੍ਰਿਤਸਰ ਬੰਬ ਧਮਾਕਾ ਹੋਇਆ, ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਆ, ਕਿਸ ਹੱਦ ਦਾ ਇਨਫਰਾਸਟ੍ਰਕਚਰ ਜਿਹੜਾ ਬਾਹਰੋਂ ਸਿੱਧਾ ਅੰਮ੍ਰਿਤਸਰ ਲਿਆਇਆ ਜਾ ਸਕਦਾ। ਇਹ ਚੀਜ਼ਾਂ ਦੇ ਉੱਤੇ ਤਾਂ ਪ੍ਰਸ਼ਾਸਨ ਦਾ ਫੇਲੀਅਰ ਹੈ ਇੱਕ ਕਿਸਮ ਦਾ, ਕਿਉਂਕਿ ਤੁਸੀਂ ਪੂਰੇ ਦਾ ਪੂਰਾ ਪੰਜਾਬ ਬੰਦ ਕਰ ਦਿੰਦੇ ਹੋ, ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ, ਤੁਸੀਂ ਐਡਵੋਕੇਟਸ ਤੱਕ ਦੇ ਘਰਾਂ ਦੇ ਵਿੱਚ ਪੁਲਿਸ ਦੇ ਛਾਪੇ ਵਜਵਾਉਂਦੇ ਹੋ, ਜਿਹੜਾ ਕੋਈ ਵੀ ਗੱਲ ਕਰਦਾ ਤੁਸੀਂ ਉਹਨੂੰ ਥ੍ਰੈਟ ਕਰਦੇ ਹੋ। ਜੇ ਇੰਨੀ ਸਟ੍ਰਿਕਟ ਵਿਜੀਲੈਂਸ ਦੇ ਵਿੱਚ ਆ ਕੇ ਕੋਈ ਬੰਬ ਧਮਾਕੇ ਕਰ ਗਿਆ ਤਾਂ ਇਹਦਾ ਮਤਲਬ ਸਿਸਟਮ ਦਾ ਫੇਲੀਅਰ। ਅਸੀਂ ਮੰਨ ਲਈ ਕਿ ਸਿਸਟਮ, ਜਿਵੇਂ ਤੁਸੀਂ ਸਿਸਟਮ ਦਾ ਜ਼ਿਕਰ ਕਰ ਰਹੇ ਹੋ, ਮੈਂ ਪਿਛਲੇ ਦਿਨ ਕੁਝ ਇੰਟੈਲੈਕਚੁਅਲ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਇੱਕ ਸਿੱਧੇ ਤੌਰ ਤੇ ਇੱਕ ਵੱਡਾ ਮਾਫੀਆ ਕੰਮ ਕਰ ਰਿਹਾ, ਮਾਫੀਆ ਵੀ ਵਿੱਚ ਹੀ ਰਲਿਆ ਹੋਇਆ, ਸਰਕਾਰ ਦੇ ਕੋਈ ਨੁਮਾਇੰਦੇ ਹੁੰਦੇ ਨੇ ਉਹ ਵੀ ਵਿੱਚ ਰਲੇ ਹੋਏ ਨੇ, ਤਾਂ ਇੱਕ ਆਈਐਸ ਲੌਬੀ ਆ ਉਹ ਵੀ ਵਿੱਚ ਹੀ ਰਲੀ ਹੋਈ ਹੈ, ਇੱਕ ਨੈਕਸਸ ਬਣਿਆ ਹੋਇਆ ਜਿਹੜਾ ਨੈਕਸਸ ਉਚੇਚੇ ਤੌਰ ਤੇ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਹੈਗਾ। ਤੁਹਾਨੂੰ ਵੀ ਇਹੀ ਲੱਗਦਾ ਕਿ ਇੱਕ ਨੈਕਸਸ ਬਣਿਆ ਹੋਇਆ, ਇਸੇ ਕਰਕੇ ਆਮ ਲੋਕਾਂ ਨੂੰ ਟਾਰਗੇਟ ਆਸਾਨੀ ਨਾਲ ਬਣਾ ਲਿਆ ਜਾਂਦਾ ਜਾਂ ਪੰਜਾਬ ਵਰਗੀ ਸਟੇਟ ਨੂੰ ਟਾਰਗੇਟ ਕੀਤਾ ਜਾ ਰਿਹਾ? ਤੁਸੀਂ ਦੇਖੋ ਕਿ ਸਾਰਾ ਕੁਝ ਹੋ ਤਾਂ, ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕਰਦਾ ਰਿਹਾ, ਮੈਂ ਡੀਪ ਸਟੇਟ ਦੇ ਉੱਤੇ ਬਹੁਤ ਵਾਰ ਗੱਲ ਕੀਤੀ ਆ, ਇਹ ਟੌਪਿਕ ਕੋਈ ਫੜਦਾ ਨਹੀਂ ਜਾਂ ਦਿਖਾਉਂਦਾ ਨਹੀਂ। ਡੀਪ ਸਟੇਟ ਉਹ ਹੁੰਦੀ ਹੈ ਜਿਹੜੀ ਦਿਖਦੀ ਨਹੀਂ ਸਿੱਧੀ, ਮਤਲਬ ਤੁਸੀਂ ਪਿਆਜ਼ ਦੀਆਂ ਪਰਤਾਂ ਦੇਖੀਆਂ ਹੋਣੀਆਂ, ਔਨੀਅਨ ਰਿੰਗ ਹੁੰਦੀ ਹੈ, ਸਟ੍ਰੈਟੇਜੀ ਹੈ, ਉਹ ਪਰਤਾਂ ਦੇ ਵਿੱਚ ਅੰਦਰ ਬੰਦੇ ਨੇ, ਕੁਝ ਟੀਮ 'ਚ ਦਿਖ ਰਹੇ ਨੇ, ਕੁਝ ਹਿਡਨ ਨੇ। ਗੱਲ ਇੰਨੀ ਕਿ ਆ ਕਿ ਸਾਨੂੰ ਸਿਰਫ ਇੱਕ ਐਗਜ਼ੀਕਿਊਟਿਵ ਦਿਖ ਰਿਹਾ, ਉਹ ਤੋਂ ਸਟੇਟਮੈਂਟਸ ਕੌਣ ਦਵਾ ਰਿਹਾ, ਕਿਵੇਂ ਦਵਾ ਰਿਹਾ, ਰੀਅਲ ਪਾਵਰ ਜਿਹੜੀ ਆ ਉਹ ਕਿਹਦੇ ਹੱਥਾਂ 'ਚ ਵੈਸਟ ਕਰ ਰਹੀ ਹੈ। ਆਮ ਜੀ ਅਸੀਂ ਸਿੱਧੀ ਜੀ ਗੱਲ ਕਰਦੇ ਹਾਂ ਕਿ ਸਾਨੂੰ ਪੰਜਾਬ ਬਾਰੀਆਂ 'ਚੋਂ ਲਮਕਦਾ ਦਿਖ ਰਿਹਾ ਤੇ ਸਨਰੂਫ ਦੇ ਵਿੱਚੋਂ ਦੀ ਕੋਈ ਹੋਰ ਖੜਿਆ ਹੋਇਆ। ਉਹ ਸਾਫ਼ ਜਿਹਾ ਉਦਾਹਰਣ ਤੁਹਾਡੇ ਸਾਹਮਣੇ ਆ। ਉੱਦਾਂ ਦੇ ਬਹੁਤ ਐਗਜ਼ਾਮਪਲਸ ਨੇ, ਮਤਲਬ ਇੱਕ ਆਮ ਆਦਮੀ ਦੀ ਭਾਸ਼ਾ ਦੇ ਵਿੱਚ ਉਹਨੂੰ ਸਮਝਾ ਦਈਏ, ਅਸਲ ਆਮ ਆਦਮੀ ਦੀ ਭਾਸ਼ਾ 'ਚ ਉਹਨੂੰ ਸਮਝਾ ਦਈਏ। ਜੇ ਤੁਹਾਨੂੰ ਲੱਗਦਾ ਕਿ ਸਟੇਟ ਲੈਵਲ ਤੇ ਤਾਂ ਚਲੋ ਅਸੀਂ ਗੱਲ ਕਰਦੇ ਹਾਂ, ਭਗਵੰਤ ਮਾਨ ਦੀ ਸਰਕਾਰ ਹੈਗੀ, ਆਮ ਆਦਮੀ ਪਾਰਟੀ ਸਰਕਾਰ ਹੈਗੀ, ਉਹ ਆਪਣੇ ਵੱਲੋਂ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਸੈਂਟਰਲ ਲੈਵਲ ਤੇ ਵੀ ਜਿਹੜੀਆਂ ਸੂਬੇ ਦੀਆਂ ਪਾਵਰਾਂ ਨੇ ਉਹ ਖਿੱਚੀਆਂ ਜਾ ਰਹੀਆਂ ਇਸੇ ਕਰਕੇ ਕਿਤੇ ਨਾ ਕਿਤੇ, ਕਿਉਂਕਿ ਫੰਡ ਲੈਣੇ ਹੁੰਦੇ ਨੇ ਵੱਡੇ ਪੱਧਰ ਤੇ। ਜੀਐਸਟੀ ਦਾ ਅਸੀਂ ਜ਼ਿਕਰ ਕਰ ਲਈਏ, ਉਹ ਵੀ ਪਹਿਲਾਂ ਉਧਰ ਕੱਟ ਕੇ ਹੋ ਕੇ ਉਧਰ ਜਾਂਦਾ, ਉਸ ਤੋਂ ਬਾਅਦ ਕਿਸ਼ਤ ਲੈਣੀ ਹੁੰਦੀ ਹੈ। ਆਰਡੀਐਫ ਅਸੀਂ ਗੱਲ ਕਰੀਏ, ਰੂਰਲ ਡਿਵੈਲਪਮੈਂਟ ਫੰਡ ਕਰ ਲਈਏ, ਉਹ ਵੀ ਸਰਕਾਰ ਦੇ ਹੱਥਾਂ, ਜਾਣੀ ਕਿ ਬਹੁਤ ਸਾਰੀਆਂ ਪਾਵਰਾਂ ਕੇਂਦਰ ਦੇ ਕੋਲ ਚਲ ਗਈਆਂ, ਇਸ ਕਰਕੇ ਸਟੇਟ ਜਿਹੜੀ ਹੈ ਉਹ ਗੋਡਿਆਂ ਤੇ ਆ ਜਾਂਦੀ ਹੈ, ਕੇਂਦਰ ਤੋਂ ਬਹੁਤ ਸਾਰਾ ਕੁਝ ਲੈਣਾ ਹੁੰਦਾ। ਨਹੀਂ ਦੇਖੋ, ਇਹ ਤਾਂ ਸ਼ੁਰੂ ਤੋਂ ਆ। ਜੇ ਆਪਾਂ ਇੰਡੀਆ ਦੇ ਕਨਸਟੀਟਿਊਸ਼ਨ ਦੀ ਗੱਲ ਕਰੀਏ, ਇਹ 'ਚ ਫੈਡਰਲਿਜ਼ਮ ਨਹੀਂ ਹੈਗਾ, ਇਹ ਯੂਨਿਟਰੀ ਕਨਸਟੀਟਿਊਸ਼ਨ ਆ। ਯੂਨਿਟਰੀ ਦਾ ਭਾਵ ਆ ਸੈਂਟਰ ਦੇ ਕੋਲ ਜ਼ਿਆਦਾ ਪਾਵਰ ਆ। 3 ਤਰ੍ਹਾਂ ਦੀਆਂ ਲਿਸਟਾਂ ਨੇ, ਠੀਕ ਹੈ ਜੀ। ਕੌਨਕਰੈਂਟ ਦੇ ਵਿੱਚ ਕੀ ਹੈ, ਜੇ ਕਰਕਸ ਫਸ ਗਿਆ ਤਾਂ ਸੈਂਟਰ ਸਭ ਕੁਝ। ਹੁਣ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਸੈਂਟਰ ਦੀ ਜਿਹੜੀ ਵਿਲ ਪਾਵਰ ਆ ਉਹ ਸਾਨੂੰ ਚਾਹੀਦੀ ਆ ਹਰ ਥਾਂ ਦੇ ਉੱਤੇ, ਬਟ ਦੂਜੇ ਪਾਸੇ ਸਟੇਟ ਦੇ ਹੱਥ ਦੇ ਵਿੱਚ ਜੋ ਪਾਵਰਸ ਨੇ ਉਹ ਉਹਨਾਂ ਤੋਂ ਵੀ ਮਨੁੱਕਰਤਾ ਨਹੀਂ ਹੋ ਸਕਦੇ। ਹੁਣ ਇੱਥੇ ਪੰਜਾਬ ਦੇ ਵਿੱਚ ਰੋਡਸ ਨੇ ਵਧੀਆ, ਠੀਕ ਹੈ, ਵਰਲਡ ਕਲਾਸ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾ ਸਕਦਾ। ਉਹ ਅਸੀਂ ਸਿਰਫ ਗੱਲਾਂ 'ਚ ਜਾਂ ਗੱਪਾਂ 'ਚ ਹੀ ਸੁਣਦੇ ਹਾਂ ਪਾਰਟੀਜ਼ ਅਲੱਗ-ਅਲੱਗ ਤੋਂ। ਜਿਹੜਾ ਇੱਥੇ ਦਾ ਯੂਥ ਆ, ਜਿਹੜਾ ਕੰਮ ਕਰਨਾ ਚਾਹੁੰਦਾ, ਉਹਨਾਂ ਨੂੰ ਤਾਂ ਜੌਬ ਓਪਰਚੁਨਿਟੀਜ਼ ਮਿਲ ਨਹੀਂ ਰਹੀਆਂ ਉੱਦਾਂ ਦੀਆਂ, ਬਾਹਰੋਂ ਲਿਆ ਕੇ ਬੰਦੇ ਫਿੱਟ ਕੀਤੇ ਜਾ ਰਹੇ ਆ। ਪੰਜਾਬ ਦੇ ਯੂਥ ਦੀ ਇਮੇਜ ਦਿਖਾਈ ਜਾ ਰਹੀ ਆ ਕਿ ਇਹ ਡਰੱਗੀ ਆ, ਇਹ ਕੁਛ ਨਹੀਂ ਕਰ ਰਿਹਾ। ਪੰਜਾਬ 'ਚ ਸਪੋਰਟਸ ਪਰਸਨ ਵੀ ਮਿਲ ਜਾਣਗੇ ਤੁਹਾਨੂੰ, ਝੋਨਾ ਲਾਉਂਦੇ ਮਿਲ ਜਾਣਗੇ, ਗਲਾਂ 'ਚ ਮੈਡਲ ਪਾਏ ਹੋਣੇ ਆ ਉਹਨਾਂ ਨੇ, ਚਾਹ ਦੀ ਖੋਖੇ ਖੋਲੇ ਹੋਏ ਨੇ ਪਾਵਰ ਲਿਫਟਰਾਂ ਨੇ, ਤੇ ਪੰਜਾਬ ਦੇ ਵਿੱਚ ਤੁਹਾਨੂੰ ਇੰਟੈਲੈਕਟ ਵੀ ਬਥੇਰਾ ਮਿਲ ਜਾਊਗਾ। ਪਰ ਗੱਲ ਕੀ ਹੈ ਕਿ ਉਹ ਨੈਪੋਟਿਜ਼ਮ, ਭਾਈ ਭਤੀਜਾਵਾਦ, ਅਸੀਂ ਦੇਖ ਸਕਦੇ ਹਾਂ ਕਿਵੇਂ ਦੇ ਬੰਦੇ ਕਿੱਥੇ ਕਿੱਥੇ ਫਿੱਟ ਹੋਏ ਨੇ। ਬੜੀ ਸਮਝਣ ਵਾਲੀ ਚੀਜ਼ ਆ। ਅਸੀਂ ਸਾਰੇ ਮਸਲੇ ਤੇ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਕਿ ਜਿਸ ਤਰੀਕੇ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਆਪ ਆਪਣੇ ਤੌਰ ਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਤੁਸੀਂ ਵੀ ਉਸੇ ਚੀਜ਼ ਦੇ ਵਿੱਚ ਜਾਂ ਇਸ ਵੇਲੇ ਵਿਚਰ ਰਹੇ ਹੋ ਕਿ ਖਤਰਾ ਵੱਡਾ ਹੈਗਾ, ਇਸ ਕਰਕੇ ਹਰੇਕ ਬੰਦੇ ਨੂੰ ਆਪਣੀ ਭੂਮਿਕਾ ਨਿਭਾਉਣੀ ਪਊਗੀ। ਤੁਸੀਂ ਆਪਣੇ ਤੌਰ ਤੇ ਆਪਣੀ ਕੋਸ਼ਿਸ਼ ਕਰ ਰਹੇ ਹੋ, ਸ਼ਿਕਾਇਤ ਦਰਜ ਕਰਵਾਈ ਹੈ, ਉਸ ਤੋਂ ਬਾਅਦ ਐਕਸ਼ਨ ਹੁੰਦਾ ਕਿ ਨਹੀਂ ਹੁੰਦਾ ਉਹ ਭਵਿੱਖ ਦੇ ਗਰਭ ਦੇ ਵਿੱਚ ਹੈਗਾ। ਪਰ ਇਸ ਸਾਰੇ ਮਾਹੌਲ ਤੋਂ ਬਚਣਾ ਕਿਵੇਂ ਹੈਗਾ, ਇਹਦੇ ਬਾਰੇ ਵੀ ਨਾਲ ਦੀ ਨਾਲ ਚਰਚਾ ਚੱਲ ਰਹੀ ਹੋਊਗੀ ਤੁਹਾਡੀ ਆਪਸ ਦੇ ਵਿੱਚ ਵੀ, ਆਤਮ ਚਿੰਤਨ ਵੀ ਕਰਦੇ ਹੋਗੇ, ਆਪਣੇ ਸਾਥੀਆਂ ਨਾਲ ਵੀ ਵਿਚਾਰ ਕਰਦੇ ਹੋਗੇ ਕਿ ਬਚਣਾ ਕਿਵੇਂ ਹੈਗਾ। ਜੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਡੀਪ ਸਟੇਟ ਤੇ ਕੋਈ ਹੋਰ ਕੰਮ ਕਰ ਰਿਹਾ ਹੈਗਾ, ਤਾਂ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਵੀ ਹੈਗਾ। ਦੇਖੋ ਇੱਥੇ ਇੱਕ ਟੇਕ ਹੀ ਆ, ਮਾਰਾ ਰੱਖਾ ਇੱਕੋ ਸੋਏ। ਇਹ ਜਿਹੜੇ ਰਾਹ ਨੇ ਇਹ ਮਤਲਬ ਥੋੜ੍ਹੇ ਜਿਹੇ ਤੁਸੀਂ ਸਮਝ ਹੀ ਸਕਦੇ ਹੋ ਕਿ ਇੰਨਾ ਸੱਚ ਬੋਲਣਾ ਸਿਸਟਮ ਦੇ ਨਾਲ ਇੱਕ ਲੈਵਲ 'ਤੇ, ਸਿਸਟਮ ਦੀਆਂ ਵਧੀਕੀਆਂ ਕਿਹੜਾ ਥੋੜ੍ਹਾ ਟਾਈਮ ਹੋਇਆ, ਬਥੇਰਾ ਟਾਈਮ ਹੋ ਗਿਆ ਚੱਲਦੇ ਆ। ਅਤੇ ਇਹ FIR ਵੀ ਚਲੋ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੈਲਕਮ ਸਟੈਪ ਆ ਕਿ ਜਿੰਨੀਆਂ ਇਹਦੇ ਵਿੱਚ ਧਾਰਾਵਾਂ ਨੇ 295A, 298, 153A, 506, ਅਤੇ ਬੇਸਿਕਲੀ ਜਿਸ ਤਰੀਕੇ ਨਾਲ ਕ੍ਰਿਮੀਨਲ ਇੰਟੀਮੀਡੇਸ਼ਨ ਪਰਫੋਰਮ ਕੀਤੀ ਆ, ਜੇ ਸਾਰੀਆਂ ਚੀਜ਼ਾਂ ਦੇ ਉੱਤੇ ਪ੍ਰੋਪਰ ਸਬੂਤ ਵੀ ਨੇ ਮੀਡੀਆ ਦੇ ਵਿੱਚ, ਫਿਰ ਉਹਨਾਂ ਪ੍ਰੈਸਟਿੰਗਟਸ 'ਤੇ ਦੁਕਾਨ ਸਾੜੀ ਗਈ ਉਸ ਪਰਿਵਾਰ ਦੀ,
ਠੀਕ ਹੈ, ਇੱਕ ਤਾਂ ਇੰਡੀਵਿਜੂਅਲੀ ਉਸ ਪਰਿਵਾਰ ਦੇ ਅਗੇਂਸਟ ਕ੍ਰਾਈਮ ਹੋਇਆ, ਇੱਕ ਪੂਰੀ ਕਮਿਊਨਿਟੀ ਦੇ ਅਗੇਂਸਟ ਹੋਇਆ। ਜੇ ਦਿੱਲੀ ਦੇ ਵਾਂਗ ਹੀ ਇੱਥੇ ਜਿਹੜਾ ਇਹ ਮੋਬ ਆ, ਇੱਥੇ ਮੋਬ ਸੀਗਾ ਛੋਟਾ 5 ਤੋਂ 7 ਜਣਿਆਂ ਦਾ, ਜੇ ਇਹ ਮੋਬ 500 ਤੋਂ 700 ਜਣਿਆਂ ਦਾ ਹੁੰਦਾ ਤੇ ਨੁਕਸਾਨ ਜਿਹੜਾ ਆ ਜ਼ਿਆਦਾ ਪੋਟੈਂਸ਼ੀਅਲ ਹੋ ਸਕਦਾ ਸੀਗਾ। ਤੇ ਉਸ ਤੋਂ ਇਲਾਵਾ ਹੈਰਾਨੀ ਇਸ ਗੱਲ ਦੀ ਆ ਰਹੀ ਆ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਲ ਕਰਨ ਦੇ ਵਿੱਚ ਸਿਸਟਮ ਦੀ ਜਿੱਥੇ ਤਾਂ ਹੈਲਪ ਚਾਹੀਦੀ ਆ, ਨੋ ਡਾਊਟ ਕੁਛ ਅਫੀਸ਼ੀਅਲਸ ਬਹੁਤ ਵਧੀਆ ਕੰਮ ਕਰ ਰਹੇ ਆ, ਬਹੁਤ ਸਪੋਰਟ ਕਰ ਰਹੇ ਆ, ਠੀਕ ਹੈ। ਦੂਜੇ ਪਾਸੇ ਤੁਸੀਂ ਦੱਸ ਹੀ ਦਿੱਤਾ, ਤੁਹਾਡੇ ਜ਼ਰੀਏ ਜਾਂ ਮੀਡੀਆ ਜ਼ਰੀਏ ਪਤਾ ਲੱਗ ਗਿਆ ਕਿ ਇੱਕ ਦੂਜੀ ਲੌਬੀ ਆ ਜਿਹੜੀ ਇੱਕ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਆ ਉਹ ਬਣਾ ਰਹੀ ਆ। ਹੁਣ ਜਿਹੜਾ ਜੂਵੀਨਾਈਲ ਆ ਪੰਜਾਬ ਦਾ, ਆਪਾਂ ਇਹਨੂੰ ਕਹਿੰਦੇ ਆ ਜੂਵੀਨਾਈਲ ਡੈਲੀਕੁਐਂਸੀ, ਇਹ ਯੂਥ ਆ ਜਿਹੜਾ ਇਹ ਕ੍ਰਾਈਮ ਵੱਲ ਕਿਉਂ ਜਾ ਰਿਹਾ? ਬੇਸਿਕਲੀ ਆ ਮੈਂ ਕ੍ਰਿਮੀਨੋਲੋਜਿਸਟ, ਮੈਂ ਕ੍ਰਾਈਮ ਦੀਆਂ ਥਿਊਰੀਜ਼ ਤੋਂ ਰਿਸਰਚਿਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ। ਹਿਊਮੈਨਿਟੇਰੀਅਨ ਏਡਸ ਤੋਂ ਬਾਅਦ ਮੈਂ ਸੋਚਿਆ ਚਲੋ ਵੀ ਹਾਂ ਇਹਨਾਂ ਨੂੰ ਰਿਲੀਫ ਦੇਣ ਵਾਸਤੇ ਵੀ ਅੱਗੇ ਆਉਣਾ ਚਾਹੀਦਾ ਆ। ਤੇ ਸੁਧੀਰ ਸੂਰੀ ਵਾਲੇ ਕੇਸ 'ਚ ਵੀ ਮੈਂ ਦੂਜੇ ਪਾਸੇ ਡਿਫੈਂਸ ਕੌਂਸਲ ਹਾਂ, ਕਿਉਂਕਿ ਮੈਂ ਇਹ ਦੇਖਦਾ ਸੀਗਾ ਕਿ ਗਲਤ ਕੰਮਾਂ ਦਾ ਜਿਹੜਾ ਇੰਜਾਮ ਆ ਉਹ ਗਲਤ ਹੀ ਹੁੰਦਾ। ਹੁਣ ਇੱਥੇ ਅਸੀਂ ਇੱਕ ਚੀਜ਼ ਦੇਖ ਸਕਦੇ ਹਾਂ, ਜੇ ਉਸ ਬੰਦੇ ਨੂੰ ਸੱਟਿਆ ਹੁੰਦਾ ਜੇਲ੍ਹ ਦੇ ਵਿੱਚ ਤੇ ਸ਼ਾਇਦ ਆ ਕੁਛ ਨਾ ਹੁੰਦਾ। ਆ ਯੂਥ ਜਿਹੜਾ ਇਸ ਵੇਲੇ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਅੱਜ ਜਲੀਲ ਕਰੋਗੇ, ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਲੋੜ ਆ। ਬਹੁਤ ਚਿਰ ਪਹਿਲਾਂ ਨਾ ਇੱਕ ਇੰਡੀਆ ਨੇ ਪਾਲਿਸੀ ਚਲਾਈ ਸੀਗੀ ਕਸ਼ਮੀਰ ਵਾਸਤੇ, ਜਮਹੂਰੀਅਤ, ਕਸ਼ਮੀਰੀਅਤ, ਇਨਸਾਨੀਅਤ। ਬੇਸਿਕਲੀ ਡਾਇਲੋਗ ਹੋਣਾ ਚਾਹੀਦਾ ਪੰਜਾਬ ਦੇ ਯੂਥ ਨਾਲ। ਆ ਯੂਥ ਦੀ ਜਿਹੜੀ એનર્ਜੀ ਆ ਉਹ ਚੈਨਲਾਈਜ਼ ਨਹੀਂ ਹੋ ਰਹੀ। ਮੈਂ ਕਿਸੇ ਇੱਕ ਸਿਸਟਮ ਨੂੰ ਜਾਂ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਮੈਂ ਉਸ ਟੈਂਡੈਂਸੀ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਸੈਂਟਰ ਵੀ ਹੈ, ਸਟੇਟ ਵੀ ਹੈ, ਸਾਰੇ ਨੇ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਸ ਯੂਥ ਦਾ ਕੈਥਾਰਸਿਸ ਹੋਣਾ ਚਾਹੀਦਾ। ਤੁਸੀਂ ਦੇਖੋ ਇੰਡੀਆ ਦੇ ਵਿੱਚ ਮੈਂਟਲ ਹੈਲਥ ਕੇਅਰ ਐਕਟ ਆਇਆ, ਉਹ ਮੈਂਡ ਹੋ ਰਿਹਾ ਬਾਰ-ਬਾਰ। ਅੱਜ ਦੀ ਡੇਟ ਦੇ ਵਿੱਚ ਤੁਸੀਂ ਪੰਜਾਬ ਦਾ ਯੂਥ ਦੇਖੋ ਫਰਸਟ੍ਰੇਸ਼ਨ ਦੇ ਵਿੱਚ ਹੈ, ਐਂਗਰ 'ਚ। ਕਿਉਂ ਆ? ਕਿਉਂਕਿ ਹੱਲ ਨਹੀਂ ਲੱਭ ਰਿਹਾ। ਉਹ એનર્ਜੀ ਜਿਹੜੀ ਚੈਨਲਾਈਜ਼ ਕਰਨ ਦੇ ਲਈ ਉਹ ਬਾਹਰ ਜਾ ਕੇ ਜਾਂ ਸੋਸ਼ਲ ਮੀਡੀਆ 'ਤੇ ਗੱਲਾਂ ਬਾਤਾਂ ਮਾਰ ਕੇ ਜਾਂ ਆਹ ਚੀਜ਼ਾਂ ਕਰਕੇ ਨਹੀਂ ਹੋਣੀ। ਉਹਦੇ ਵਾਸਤੇ ਤੁਹਾਨੂੰ ਗਰਾਊਂਡ ਦੇ ਵਿੱਚ ਆਉਣਾ ਪੈਣਾ, ਯੂਥ ਦੇ ਨਾਲ ਗੱਲ ਕਰਨੀ ਪੈਣੀ ਆ, ਉਹ ਕੀਤੀ ਨਹੀਂ ਜਾ ਰਹੀ। ਸੋ ਟਾਈਮ ਲੱਗੂਗਾ ਥੋੜ੍ਹਾ। ਕੋਸ਼ਿਸ਼ ਹੈ ਵੀ ਮੇਕ ਦਿਸ ਵਰਲਡ ਅ ਬੈਟਰ ਪਲੇਸ ਟੂ ਲਿਵ ਇਨ, ਅਤੇ ਸ਼ੁਰੂਆਤ ਪੰਜਾਬ ਤੋਂ ਕੀਤੀ ਹੈ ਜੀ। ਸਨ ਗੁਰਮੋਹਨਪ੍ਰੀਤ ਐਡਵੋਕੇਟ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਇਦਾਂ ਦੇ ਮਸਲੇ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਆਪਣੀ ਆਵਾਜ਼ ਰੱਖ ਕੇ ਸੰਗਤ ਦੇ ਅੱਗੇ ਇੱਕ ਪੱਖ ਰੱਖਿਆ ਜਾਵੇ ਵੀ ਕੇਸ ਵੱਡੇ ਪੱਧਰ ਦੀ ਸਾਜ਼ਿਸ਼ ਹੋ ਰਹੀ ਹੈ ਤੇ ਉਹਦੇ ਵਿੱਚੋਂ ਹੱਲ ਕਿਸ ਤਰੀਕੇ ਨਾਲ ਦੇਖਣੇ ਨੇ। ਐਡਵੋਕੇਟ ਨੇ ਆਪਣੇ ਤੌਰ ਤੇ ਕੋਸ਼ਿਸ਼ਾਂ ਕਰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮਸਲੇ ਦੀ ਜਿਹੜੀ ਗੰਭੀਰਤਾ ਹੈਗੀ ਉਸ ਨੂੰ ਸਮਝਿਆ ਜਾਵੇ ਤੇ ਉਸ ਤਰੀਕੇ ਨਾਲ ਅੱਗੇ ਐਕਸ਼ਨ ਕੀਤੇ ਜਾਣ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਸਹਿਯੋਗੀ ਪ੍ਰਦੀਪ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਮੋਹਾਲੀ।